ਹਨੇਰਿਆਂ ਦੇ ਵਿੱਚੋਂ ਇੱਕ ਰਾਹ ਕੱਢ ਰਹੇ ਹਾਂ, ਜੀਂਦੇ ਹਾਂ, ਜ਼ਿੰਦਾ ਹਾਂ, ਸਬੂਤ ਹਰ ਸਾਹ ਕੱਢ ਰਹੇ ਹਾਂ। ਜੁਗਨੂਆਂ ਦੇ ਵਾਂਗ ਡਗਮਗਾਉਂਦੇ ਜਾ ਰਹੇ ਹਾਂ, ਨਿਰੀਆਂ ਕੁਰੀਆਂ ਰਾਤਾਂ ਨੂੰ ਰੁਸ਼ਨਾਉਂਦੇ ਜਾ ਰਹੇ ਹਾਂ, ਹਨੇਰਿਆਂ ਦੇ ਵਿੱਚੋਂ ਇੱਕ ਰਾਹ ਕੱਢ ਰਹੇ ਹਾਂ। ਮੈਂ ਸੜਕ 'ਤੇ ਜਾਉਂਦਾ, ਮਤਲਬ ਕੰਮ ਹੈ ਕੋਈ ਇੱਦਾਂ ਹੀ, ਕਿਤੇ ਇੰਟਰੈਕਟ ਕਰਨ ਜਾ ਰਿਹਾ ਮੈਂ, ਅਤੇ ਇੱਕੋ ਦਮ ਮੈਨੂੰ 5-6 ਫੋਨ ਆਉਂਦੇ ਆ, ਅਤੇ ਮੈਂ ਰੋਕ ਲੈਣਾ ਮੋਟਰਸਾਈਕਲ ਆਪਦਾ। ਮੈਂ ਚੱਕਦਾ ਅਤੇ ਮੈਨੂੰ ਆਵਾਜ਼ ਆਉਂਦੀ ਆ, ਵੀਰੇ ਵੀਰੇ। ਮੈਂ ਕਹਿੰਦਾ ਹਾਂਜੀ ਬੋਲੋ ਭੈਣ, ਮੈਂ ਤੈਨੂੰ ਆਪਦਾ ਵੀਰਾ ਆਖ ਸਕਦੀ ਹਾਂ। ਮੈਂ ਆਖਦਾ ਹਾਂਜੀ ਭੈਣ ਆਖੋ। ਮੇਰਾ ਬਾਪੂ ਨਹੀਂ ਰਿਹਾ ਕਹਿੰਦੇ, ਉਹਨੂੰ ਇਨਸਾਫ ਦਵਾ ਦੇ। 2-3 ਮਿੰਟ ਤਾਂ ਮੈਨੂੰ ਸਮਝ ਨਹੀਂ ਆਉਂਦਾ ਵੀ ਮੈਂ ਕੀ ਜਵਾਬ ਦੇਵਾਂ, ਮੈਂ ਸੁੰਨ ਹੋ ਜਾਂਦਾ। ਅਤੇ ਉੱਥੇ ਅੱਖਾਂ 'ਚੋਂ ਬਦੋ-ਬਦੀ ਪਾਣੀ ਆਉਂਦਾ। ਲਾਲ ਬਹਾਦਰ ਸ਼ਾਸਤਰੀ ਜੀ ਸਾਡੇ ਪੁਰਾਣੇ PM ਸੀ, ਬੜੇ ਖੂਬਸੂਰਤ ਇਨਸਾਨ ਸੀ। ਉਹਨਾਂ ਨੇ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ। ਅਤੇ ਇਹ ਹੁੰਦੀ ਹੈ ਇੱਕ ਡੈਮੋਕ੍ਰੇਸੀ। ਅਤੇ ਅੱਜ ਕੀ ਬਣਾ ਕੇ ਰੱਖ ਦਿੱਤਾ ਇਹਨਾਂ ਨੇ, ਕਿਸਾਨ ਦੇ ਅਗੇਂਸਟ ਜਵਾਨ ਖੜੇ ਕਰਤੇ। ਸਾਡੇ ਘਰ ਦੇ, ਸਾਡੇ ਰਿਸ਼ਤੇਦਾਰ, ਸਾਡੇ ਪ੍ਰੋਫੈਸਰ ਸਾਡੀ ਜਾਨ ਮਾਨ ਅਤੇ ਤਕਦੀਰ ਨੂੰ ਲੈ ਕੇ ਵੀ ਕੋਈ ਬਹੁਤਾ ਸੇਫ ਨਹੀਂ ਹੈਗੇ, ਕਿਉਂਕਿ ਅਸੀਂ ਸੱਚ ਜਾਣਦੇ ਹਾਂ। ਅਤੇ ਸੱਚ ਜਾਣਨ ਦੀ ਅੱਜ ਦੀ ਰੇਟ ਦੇ ਵਿੱਚ ਇਸ ਦੇਸ਼ ਦੇ ਵਿੱਚ ਇੱਕ ਕੀਮਤ ਆ, ਉਹ ਕੀਮਤ ਸ਼ਾਇਦ ਸਾਨੂੰ ਵੀ ਤੈਅ ਕਰਨੀ ਪਵੇ। ਪਰ ਅਸੀਂ ਇਹ ਵੀ ਕਿਹਾ ਕਿ ਅਸੀਂ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਅੱਗੇ ਆਪਦੀ ਜਾਨ ਦੀ ਵੀ ਪਰਵਾਹ ਨਹੀਂ ਕਰਾਂਗੇ। ਕਿਉਂਕਿ ਦੇਖੋ, ਅਸੀਂ ਫੋਟੋਜ਼ ਦੇ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਬਜ਼ੁਰਗਾਂ ਦੇ ਜ਼ਖਮ ਪੈ ਚੁੱਕੇ ਨੇ, ਅਤੇ ਸੁਪਰੀਮ ਕੋਰਟ ਨੇ ਉਹ ਸਾਰਾ ਕੁਝ ਦੇਖਿਆ ਕਿ ਲੋਕ ਇੱਥੇ ਸੁਸਾਈਡ ਕਮਿਟ ਕਰ ਰਹੇ ਆ, ਬਜ਼ੁਰਗ ਨੇ, ਮਹਿਲਾਵਾਂ ਨੇ, ਬੱਚੇ ਨੇ, ਅਤੇ ਹੋ ਕੀ ਰਿਹਾ। ਬਟ ਕੁਛ ਚੀਜ਼ਾਂ ਸਾਨੂੰ ਇਹ ਲੱਗਿਆ ਕਿ ਹਲੇ ਜਿਹੜਾ ਅਸੀਂ ਜਸਟਿਸ ਮੰਗਿਆ ਸੀ ਉਹ ਪੈਂਡਿੰਗ ਆ ਕਿਤੇ ਨਾ ਕਿਤੇ। ਜੇ ਉਹ ਡਿਨਾਈ ਨਹੀਂ ਕੀਤਾ ਤਾਂ ਬਹੁਤ ਜ਼ਿਆਦਾ ਡਿਲੇ ਹੋ ਚੁੱਕਿਆ, ਅਤੇ ਇਸ ਕਰਕੇ ਅਸੀਂ ਦੂਜੀ ਚਿੱਠੀ ਲਿਖੀ। ਸੁਪਰੀਮ ਕੋਰਟ ਨੇ ਜਿਤਾਇਆ ਆ ਕਿ ਬਲੱਡ ਸ਼ੈਡ ਨਹੀਂ ਹੋਣਾ ਚਾਹੀਦਾ, ਸਾਡੇ ਹੱਥ ਖੂਨ ਦੇ ਨਾਲ ਨਹੀਂ ਰੰਗੇ ਜਾਣੇ ਚਾਹੀਦੇ। ਅਤੇ ਇਸ ਵਾਰ ਦੀ ਲੈਟਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਅਨੈਕਸਚਰ 1 ਅਟੈਚ ਕੀਤਾ ਜੀ। 17 ਜਨਵਰੀ ਤੱਕ 135 ਬੰਦੇ ਨੇ ਜਿਹੜੇ ਉਹ ਚੜ੍ਹਾਈ ਕਰ ਚੁੱਕੇ ਨੇ। ਅਤੇ ਅਸੀਂ ਇਹ ਆਖਿਆ ਆ ਕਿ ਅਸੀਂ ਹਿਊਮਨ ਰਾਈਟਸ ਦੇ ਸਟੂਡੈਂਟ ਇਹ ਮੰਨਦੇ ਹਾਂ ਕਿ ਸਰਕਾਰ ਦੇ ਹੱਥਾਂ 'ਤੇ ਛਿੱਟੇ ਨਹੀਂ, ਸਰਕਾਰ ਦੇ ਜਿਹੜੇ ਹੱਥ ਨੇ ਇਸ ਵੇਲੇ ਉਹ ਗੁੱਥਮ ਗੁੱਥਾ ਹੋ ਚੁੱਕੇ ਨੇ ਇਸ ਲਹੂ ਦੇ ਨਾਲ। ਅਸੀਂ ਤਾਂ ਇਸ ਤਰੀਕੇ ਦੀ ਜੰਗ ਲੜ ਰਹੇ ਹਾਂ ਜਿਹਦੇ ਵਿੱਚ ਹਰ ਪਾਸਿਓਂ ਹਾਰ ਸਾਡੀ ਹੋ ਰਹੀ ਹੈ। ਸਾਡੇ ਬੰਦੇ ਮਰ ਰਹੇ ਆ, ਡਾਂਗਾਂ ਖਾ ਰਹੇ ਆ, ਕਈ ਭੁੱਖ ਮਰਨ ਵਰਤ ਤੇ ਬੈਠੇ ਨੇ। ਮਤਲਬ ਅਸੀਂ ਐਤਕੀ ਫੋਟੋਆਂ ਅਟੈਚ ਕੀਤੀਆਂ ਨੇ। ਇੱਕ ਐਂਡ ਦੇ ਵਿੱਚ ਫੋਟੋ ਹੈ, ਉਹ ਬਜ਼ੁਰਗ ਨੇ ਮੂੰਹ 'ਤੇ ਮਾਸਕ ਲਾਇਆ ਹੋਇਆ ਅਤੇ ਉੱਥੇ ਲਿਖਿਆ ਹੋਇਆ ਬਾਪੂ ਗਾਂਧੀ ਕੇ ਪਦ ਚਿੰਨ੍ਹ ਪਰ। ਅਤੇ ਕਹਿੰਦੇ ਆ ਨਾ, ਚੂਕਾ ਰਾਜ ਹਮਾ ਹੀਰ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰ ਦਸਤ। ਅਤੇ ਜਿਹੜੇ ਹੀਰਤੇ ਨੇ ਨਾ ਪਹਿਲਾਂ ਵਾਲੇ, ਅਸੀਂ ਹਲੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਟ ਸਾਨੂੰ ਪੈਂਡਿੰਗ ਜਸਟਿਸ, ਪੈਂਡਿੰਗ ਜਸਟਿਸ, ਪੈਂਡਿੰਗ ਜਸਟਿਸ। ਤੁਸੀਂ ਦੇਖੋ, ਪੁਰਾਣਾ ਪੰਜਾਬ ਦਾ ਇਤਿਹਾਸ ਪੜ੍ਹ ਕੇ ਦੇਖੋ, ਜਦੋਂ ਆਪ ਪ੍ਰਸ਼ਾਦਾ ਛਕਦੇ ਸੀ ਬਲਦਾਂ ਨੂੰ ਪੇੜੇ ਪਾ ਕੇ ਦਿੰਦੇ ਹੁੰਦੇ ਸੀਗੇ। ਉਹ ਬਲਦਾਂ ਦੀ ਥਾਂ 'ਤੇ ਅੱਜ ਟਰੈਕਟਰ ਆ ਗਏ, ਉਹ ਤਾਂ ਪੁੱਤ ਨੇ ਕਿਸਾਨਾਂ ਦੇ। ਅਤੇ ਉਹ ਟੈਰਰ ਕਿੱਥੋਂ ਨੇ? ਕਦੇ ਕਿਸਾਨ ਅੱਤਵਾਦੀ, ਕਦੇ ਟਰੈਕਟਰ ਅੱਤਵਾਦੀ। ਸਭ ਤੋਂ ਅੱਤਵਾਦੀ ਵੱਡੇ ਤਾਂ ਇਹ ਬੰਦੇ ਨੇ ਜਿਹੜੇ ਪਰਸੀਕਿਊਟ ਕਰਕੇ ਇਹਨਾਂ ਬੰਦਿਆਂ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ। ਕਿਸਾਨ ਦੇ ਪੁੱਤ ਨੇ ਚਿੱਠੀ ਲਿਖੀ ਸੁਪਰੀਮ ਕੋਰਟ, ਜਿਹਨੂੰ ਪੜ੍ਹ ਕੇ ਸ਼ਾਇਦ ਜੱਜ ਵੀ ਰੋਏ ਹੋਣਗੇ। ਗੁਰਮੋਹਨ ਪ੍ਰੀਤ ਸਾਡੇ ਨਾਲ ਨੇ। ਇੱਕ ਵਾਰ ਫਿਰ ਇਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਗੁਰਮੋਹਨ ਜੀ, ਪਹਿਲੀ ਵਾਰ ਤੁਹਾਡੀ ਚਿੱਠੀ ਜਿਹੜੀ ਸੀਗੀ ਕਾਫੀ ਉਹਨਾਂ ਨੇ ਉਹ ਦਖਲ ਦਿੱਤਾ ਜਾਂ ਸਮਝਿਆ ਉਹਨੂੰ, ਦੂਜੀ ਫਿਰ ਲਿਖੀ ਹੈਗੀ, ਕਿਵੇਂ ਦੇਖਦੇ ਹੋ ਜਾਂ ਲੋੜ ਕੀ ਪੈ ਗਈ ਤੁਹਾਨੂੰ? ਹਾਂਜੀ, ਅਸੀਂ ਇਹ ਸੋਚਦੇ ਹਾਂ ਕਿ ਜਦੋਂ ਪਹਿਲੀ ਵਾਰ ਚਿੱਠੀ ਲਿਖੀ ਸੀ ਉਹਨੂੰ ਇੱਕ ਪ੍ਰੋਪਰ ਡਾਇਰੀ ਨੰਬਰ ਦੇ ਕੇ ਰਜਿਸਟਰ ਕਰ ਲਿਆ ਗਿਆ ਸੀਗਾ। ਅਤੇ ਉਸ ਤੋਂ ਬਾਅਦ ਸਾਨੂੰ ਇਹ ਉਮੀਦ ਬੱਝੀ ਸੀਗੀ ਕਿ ਕੁਛ ਨਾ ਕੁਛ ਲਿਸਟ ਕਰਨਗੇ, ਕਿਉਂਕਿ 11-12 ਤਰੀਕ ਦੀ ਜਦੋਂ ਅਸੀਂ ਜਜਮੈਂਟ ਦੇਖੀ ਅਤੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਜਿਤਾਇਆ ਕਿ ਉਹ ਬਹੁਤ ਡਿਸਅਪੁਆਇੰਟਿਡ ਆ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਸਰਕਾਰ ਇਸ ਮੈਟਰ ਨੂੰ ਡੀਲ ਕਰ ਰਹੀ ਹੈ। ਅਤੇ ਸਾਨੂੰ ਇੱਕ ਆਸ ਵੀ ਬੱਝੀ ਨਿਆਂ ਦੀ ਵੀ ਚਲੋ ਜੋ ਅਸੀਂ ਸੰਸਦ ਜਿਤਾਏ ਸੀਗੇ, ਕਿਉਂਕਿ ਦੇਖੋ, ਅਸੀਂ ਫੋਟੋਜ਼ ਦੇ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਬਜ਼ੁਰਗਾਂ ਦੇ ਜ਼ਖਮ ਪੈ ਚੁੱਕੇ ਨੇ, ਅਤੇ ਸੁਪਰੀਮ ਕੋਰਟ ਨੇ ਉਹ ਸਾਰਾ ਕੁਝ ਦੇਖਿਆ ਕਿ ਲੋਕ ਇੱਥੇ ਸੁਸਾਈਡ ਕਮਿਟ ਕਰ ਰਹੇ ਆ, ਬਜ਼ੁਰਗ ਨੇ, ਮਹਿਲਾਵਾਂ ਨੇ, ਬੱਚੇ ਨੇ, ਅਤੇ ਹੋ ਕੀ ਰਿਹਾ। ਬਟ ਕੁਛ ਚੀਜ਼ਾਂ ਸਾਨੂੰ ਇਹ ਲੱਗਿਆ ਕਿ ਹਲੇ ਜਿਹੜਾ ਅਸੀਂ ਜਸਟਿਸ ਮੰਗਿਆ ਸੀ ਉਹ ਪੈਂਡਿੰਗ ਆ ਕਿਤੇ ਨਾ ਕਿਤੇ। ਜੇ ਉਹ ਡਿਨਾਈ ਨਹੀਂ ਕੀਤਾ ਤਾਂ ਬਹੁਤ ਜ਼ਿਆਦਾ ਡਿਲੇ ਹੋ ਚੁੱਕਿਆ, ਅਤੇ ਇਸ ਕਰਕੇ ਅਸੀਂ ਦੂਜੀ ਚਿੱਠੀ ਲਿਖੀ। ਕਿਉਂਕਿ ਅਸੀਂ ਅੰਤ ਦੇ ਵਿੱਚ ਲਿਖਿਆ, ਮੈਂ ਸ਼ੁਰੂਆਤ ਤੁਹਾਨੂੰ ਬਾਅਦ 'ਚ ਦੱਸਦਾ, ਅੰਤ ਜ਼ਿਆਦਾ ਜ਼ਰੂਰੀ ਆ ਇੱਥੇ, ਕਿਉਂਕਿ ਅਸੀਂ ਇੱਕ ਸਵਾਲ ਕੀਤਾ ਅੰਤ ਦੇ ਵਿੱਚ ਜੁਡੀਸ਼ਰੀ ਨੂੰ ਕਿ ਜਦੋਂ ਪਿਛਲੀ ਵਾਰ ਚਿੱਠੀ ਲਿਖੀ ਸੀ 2 ਦਸੰਬਰ ਨੂੰ, ਜਿਹੜੀ ਤੁਸੀਂ 18 ਤਰੀਕ ਨੂੰ ਰਜਿਸਟਰ ਕਰ ਲਈ, ਉਹਦਾ ਇੱਕ ਸਾਨੂੰ ਡਾਇਰੀ ਨੰਬਰ ਦਿੱਤਾ ਪ੍ਰੋਪਰ,
ਤੇ ਗ੍ਰੀਵੈਂਸ ਡਿਪਾਰਟਮੈਂਟ ਦੇ ਵਿੱਚ ਉਹਦਾ ਨੰਬਰ ਦੇ ਕੇ 5 ਡਿਜਿਟ ਨੰਬਰ ਸੀਗਾ /SCI/PILC ਪ੍ਰੋਪਰ, ਤੇ ਉਹਦੇ ਉੱਤੇ ਅਸੀਂ ਉਮੀਦ ਕਰ ਰਹੇ ਸੀਗੇ ਕਿ ਐਕਸ਼ਨ ਇਮੀਡੀਏਟਲੀ ਹੋਣਾ ਚਾਹੀਦਾ, ਕਿਉਂਕਿ ਅਸੀਂ ਉਹਨਾਂ ਬੰਦਿਆਂ ਦੀ ਗੱਲ ਕੀਤੀ ਸੀ ਜਿਹੜੇ ਜਿੰਦੇ ਹੀ ਨਹੀਂ ਰਹੇ, ਜਿਹੜੇ ਰਾਖ ਹੋ ਚੁੱਕੇ ਨੇ ਤੇ ਜਿਹੜੇ ਮੁੱਕ ਚੁੱਕੇ ਨੇ, ਤੇ ਉਹਦੇ ਉੱਤੇ ਤਾਂ ਇਮੀਡੀਏਟ ਇੰਟਰਵੈਂਸ਼ਨ ਚਾਹੀਦੀ ਹੁੰਦੀ ਹੈ ਨਾ, ਕਿਉਂਕਿ ਜਿਹੜਾ ਬੰਦਾ ਮਰ ਹੀ ਗਿਆ ਫਿਰ ਉਹਦਾ ਕੀ ਬਚ ਗਿਆ, ਕੁਝ ਰਹਿ ਗਿਆ ਉਹਦਾ। ਤੇ ਸੁਪਰੀਮ ਕੋਰਟ ਇੱਥੇ ਬਾਰ-ਬਾਰ ਸੁਪਰੀਮ ਕੋਰਟ ਨੇ ਜਤਾਇਆ ਆ ਕਿ ਬਲੱਡ ਸ਼ੈਡ ਨਹੀਂ ਹੋਣਾ ਚਾਹੀਦਾ, ਸਾਡੇ ਹੱਥ ਖੂਨ ਦੇ ਨਾਲ ਨਹੀਂ ਰੰਗੇ ਜਾਣੇ ਚਾਹੀਦੇ। ਤੇ ਇਸ ਵਾਰ ਦੀ ਲੈਟਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਅਨੈਕਸਚਰ 1 ਅਟੈਚ ਕੀਤਾ ਜੀ। 17 ਜਨਵਰੀ ਤੱਕ 135 ਬੰਦੇ ਨੇ ਜਿਹੜੇ ਉਹ ਚੜ੍ਹਾਈ ਕਰ ਚੁੱਕੇ ਨੇ, ਕਿ ਅਸੀਂ ਇਹ ਆਖਿਆ ਆ ਕਿ ਅਸੀਂ ਹਿਊਮਨ ਰਾਈਟਸ ਦੇ ਸਟੂਡੈਂਟ ਇਹ ਮੰਨਦੇ ਆ ਕਿ ਸਰਕਾਰ ਦੇ ਹੱਥਾਂ ਤੇ ਛਿੱਟੇ ਨਹੀਂ, ਸਰਕਾਰ ਦੇ ਜਿਹੜੇ ਹੱਥ ਨੇ ਇਸ ਵੇਲੇ ਉਹ ਗੁੱਥਮ ਗੁੱਥਾ ਹੋ ਚੁੱਕੇ ਨੇ ਇਸ ਲਹੂ ਦੇ ਨਾਲ। ਉਸ ਤੋਂ ਬਾਅਦ ਅਸੀਂ ਅਨੈਕਸਚਰ 2 ਦੇ ਵਿੱਚ ਕੁਝ ਫੋਟੋਗ੍ਰਾਫਸ ਅਟੈਚ ਕੀਤੀਆਂ ਜਿਹੜੀਆਂ ਸਾਨੂੰ ਡਰਾ ਜ਼ਿਆਦਾ ਰਹੀਆਂ ਨੇ, ਹੈਰਾਨ ਘੱਟ ਕਰ ਰਹੀਆਂ, ਕਿਉਂਕਿ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੋਵੇ ਤੇ ਆਪਦੇ ਲੋਕਾਂ ਦੇ ਨਾਲ ਇਸ ਤਰੀਕੇ ਦਾ ਵਰਤਾਓ ਕਰੇ ਕਿ ਤੁਸੀਂ ਦੇਖੋ ਬਾਰਬਡ ਵਾਇਰ ਲਾਈ ਹੈ ਜਿਹੜੀ ਅਸੀਂ ਡੰਗਰਾਂ ਦਾ ਵੀ ਪਰਹੇਜ਼ ਕਰਦੇ ਹਾਂ ਉਸ ਵਾਇਰ ਦਾ। ਉਹ ਤੋਂ ਬਾਅਦ ਜਿੱਦਾਂ ਐਕਸਪਾਇਰੀ ਡੇਟ ਦੇ 1 ਸਾਲ ਪੁਰਾਣੇ ਟੀਅਰ ਸ਼ੈਲ ਨੇ ਜਿਹੜਾ ਕਿ ਅਸੀਂ ਸਾਫ਼ ਨਾਲ ਨੈਕਸਟ 2 ਦੇ ਵਿੱਚ ਫੋਟੋਆਂ ਨੱਥੀ ਕੀਤੀਆਂ ਨੇ। ਫਿਰ ਕਿਤੇ ਨਾ ਕਿਤੇ ਟਰੱਕ ਖੜ ਰਹੇ ਨੇ, ਉਹਨਾਂ ਦੀਆਂ ਹਵਾ ਕੱਢੀਆਂ ਜਾ ਰਹੀਆਂ ਨੇ, ਮੈਲਾਫਾਈਡ ਇੰਟੈਂਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਗਲਤ ਨੀਅਤ ਦੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ। ਤੇ ਅਸੀਂ ਇਹ ਸਾਰਾ ਕੁਝ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੁਪਰੀਮ ਕੋਰਟ ਨੂੰ, ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਜਦ ਸੁਪਰੀਮ ਕੋਰਟ ਕਹਿ ਰਿਹਾ ਕਿ ਆਰਟੀਕਲ 19 ਹੈ, ਜਿਹੜਾ ਆਰਟੀਕਲ 19 ਨਹੀਂ ਕਿਹਾ, ਉਹਨਾਂ ਨੇ ਕਿਹਾ ਕਿ ਰਾਈਟ ਟੂ ਪ੍ਰੋਟੈਸਟ ਇਜ਼ ਅ ਫੰਡਾਮੈਂਟਲ ਰਾਈਟ, ਤੇ ਪ੍ਰੋਟੈਸਟ ਆਰਟੀਕਲ 19 'ਚ ਹੀ ਆਉਂਦਾ, ਤੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਫੰਡਾਮੈਂਟਲ ਰਾਈਟ ਹੈ ਜਿਹੜਾ ਉਹ ਰੈਕੋਗਨਾਈਜ਼ ਕੀਤਾ। ਤੇ ਹਰਿਆਣਾ ਗਵਰਨਮੈਂਟ ਜਦੋਂ ਉਸੇ ਪ੍ਰੋਟੈਸਟ ਨੂੰ ਰੋਕ ਰਹੀ ਹੈ, ਉਹਨਾਂ ਨੇ ਕਿਹਾ ਕਿ ਵਿਦਆਊਟ ਐਨੀ ਇੰਪੀਡੀਮੈਂਟ, ਬਿਨਾਂ ਕਿਸੇ ਰੋਕ ਦੇ ਹੋਣ ਦਿੱਤਾ ਜਾਵੇ। ਤੇ ਜਦੋਂ ਉਹਨੂੰ ਹਰਿਆਣਾ ਗਵਰਨਮੈਂਟ ਰੋਕ ਰਹੀ ਹੈ ਤਾਂ ਕੀ ਉਹ ਕਿਸੇ ਕਿਸਮ ਦਾ ਇੰਪੀਡੀਮੈਂਟ ਨਹੀਂ ਕ੍ਰੀਏਟ ਕਰ ਰਹੀ, ਕਿ ਉਹ ਕੋਰਟ ਦਾ ਕੰਟੈਂਪਟ ਨਹੀਂ ਕਰ ਰਹੀ, ਕਿ ਉਹ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ, ਜਿਹੜੀ ਲੋਕਾਂ ਦੀ ਆਇਡੈਂਟੀਟੀ ਉਹਦਾ ਅਸੌਲਟ ਨਹੀਂ ਕਰ ਰਹੀ? ਇਹ ਸਾਡੇ ਸਵਾਲ ਨੇ, ਕਿਉਂਕਿ ਇਹ ਅਸੀਂ ਮੰਨਦੇ ਹਾਂ ਕਿ ਇਸ ਤਰੀਕੇ ਦੇ ਨਾਲ ਸਰਕਾਰ, ਦੇਖੋ ਸਰਕਾਰ ਹੁੰਦੀ ਹੈ ਪਬਲਿਕ ਪ੍ਰਾਪਰਟੀ ਨੂੰ ਬਚਾਉਣ ਵਾਸਤੇ। ਹੁਣ ਉਹ ਸਰਕਾਰ ਆਪ ਹੀ ਆਪਦੀਆਂ ਸੜਕਾਂ ਪੱਟ ਹਟੀ ਹੈ, ਇੰਨਾ ਜ਼ਿਆਦਾ ਵੈਂਡਲਿਜ਼ਮ ਕ੍ਰੀਏਟ ਕਰ ਚੁੱਕੀ ਹੈ, ਤੇ ਜੇ ਤਾਂ ਇਹ ਆਮ ਨਾਗਰਿਕ ਕਰੇ ਤਾਂ ਉਹਦੀ ਪ੍ਰਾਪਰਟੀ ਰੀਇਨਸਟੇਟ ਕਰਕੇ ਉਹ 'ਚੋਂ ਪਬਲਿਕ ਐਕਸਚੈਕਰ ਨੂੰ ਪੈਸੇ ਦਿੱਤੇ ਜਾਂਦੇ ਨੇ। ਤੇ ਇੱਥੇ ਜਿਹੜੇ ਪਬਲਿਕ ਐਕਸਚੈਕਰ ਤੇ ਖਰਚਾ ਇੱਕ ਸਟੇਟ ਦਾ ਹੀ ਇਸ ਤਰੀਕੇ ਦੇ ਐਕਸ਼ਨ ਨਾਲ ਹੋ ਰਿਹਾ, ਕਿਹੜਾ ਕਾਨੂੰਨ ਹਰਿਆਣਾ ਸਰਕਾਰ ਨੂੰ ਇਹ ਇਜਾਜ਼ਤ ਦਿੰਦਾ? ਲੱਗਦਾ ਹੈ ਕਿ ਜਿਸ ਤਰੀਕੇ ਸਾਰਾ ਕੁਝ ਚੱਲ ਰਿਹਾ ਹੈ ਇਹ ਲੋਕਤੰਤਰ ਹੈ? ਨਹੀਂ ਜੀ, ਬਿਲਕੁਲ ਨਹੀਂ ਲੱਗਦਾ। ਅਸੀਂ ਇਹਦੇ ਵਿੱਚ ਕੁਝ ਟਰਮੀਨੋਲੋਜੀਜ਼ ਵੀ ਵਰਤੀਆਂ ਨੇ। ਇਹ ਪਰਸੀਕਿਊਸ਼ਨਿਸਟ ਫੋਰਸਿਸ ਨੇ ਜਿਹੜੀਆਂ ਕਿ ਕਿਸੇ ਇੱਕ ਕਮਿਊਨਿਟੀ ਨੂੰ, ਇੱਕ ਰਿਲੀਜਨ ਨੂੰ ਟਾਰਗੇਟ ਕਰ ਰਹੀਆਂ ਨੇ, ਤੇ ਇਹ ਟਾਰਗੇਟ ਜਦੋਂ ਕਰ ਰਹੀਆਂ ਨੇ ਕਿਸੇ ਇੱਕ ਰਿਲੀਜਨ ਨੂੰ, ਤੇ ਉਹਨੂੰ ਇਹ ਵਿਲੀਫਾਈ ਕਰਨ ਦੇ ਲਈ NIA ਦੀ ਰਡਾਰ ਦੇ ਅੰਦਰ ਵੀ ਆ ਰਹੇ ਨੇ, ਕਿਉਂਕਿ ਇੱਕ ਬੋਗੀ ਕ੍ਰੀਏਟ ਕੀਤੀ ਜਾ ਰਹੀ ਹੈ। ਅਜਿਹੀ ਬੋਗੀ ਕ੍ਰੀਏਟ ਕੀਤੀ ਜਾ ਰਹੀ ਹੈ ਜਿਹਨਾਂ ਬੰਦਿਆਂ ਨੂੰ ਕੋਈ ਜਾਣ ਪਛਾਣ ਨਹੀਂ ਹੈਗੀ ਬੈਂਡ ਆਰਗੇਨਾਈਜੇਸ਼ਨਸ ਨਾਲ, ਉਹਨਾਂ ਦਾ ਨਾਂ ਜੋੜਿਆ ਜਾ ਰਿਹਾ ਉਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਬਾਰ-ਬਾਰ। ਤੁਸੀਂ ਇਹਦੀ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਦੇਖ ਸਕਦੇ ਹੋ, ਖਾਲਸਾ ਏਡ ਹੈ, ਉਹ ਨੋਬੇਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਹੋਈ ਹੈ ਆਰਗੇਨਾਈਜੇਸ਼ਨ, ਤੇ ਤੁਸੀਂ ਉਹਨੂੰ ਇਸ NIA ਦੀ ਰਡਾਰ ਦੇ ਥੱਲੇ ਲਿਆ ਰਹੇ ਹੋ। ਤੇ ਇੱਕ ਪਾਸੇ ਤਾਂ ਸਰਕਾਰ ਐਮੀਕੇਬਲ ਵੇ ਦੇ ਨਾਲ ਸੋਲੂਸ਼ਨ ਫਾਈਂਡ ਆਊਟ ਕਰਨਾ ਚਾਹੁੰਦੀ ਆ, ਤੇ ਦੂਜੇ ਪਾਸੇ ਜਿਹੜੇ ਲੀਡਰਸ ਨੇ, ਜਿਹੜੇ ਐਕਟਰਸ ਨੇ, ਜਿਹੜੇ ਲੰਗਰ ਲਾ ਰਹੇ ਨੇ, ਜਿਹੜੇ ਬੱਸ ਸਰਵਿਸ ਕਰਨੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦੀ ਇਜਾਜ਼ਤ ਈਵਨ ਸਾਨੂੰ ਰਾਈਟ ਟੂ ਫਰੀडम ਆਫ ਰਿਲੀਜਨ ਦਿੰਦਾ ਸੰਵਿਧਾਨ ਦੀ ਧਾਰਾ 25 ਦੇ ਤਹਿਤ। ਲੰਗਰ ਛਕਾਉਣਾ, ਦਸਵੰਧ ਲਾਉਣਾ, ਕਿਰਤ ਕਰਨਾ, ਇਹ ਸਾਰਾ ਕੁਝ ਸਾਡੇ ਧਰਮ 'ਚ ਆਉਂਦਾ। ਕਿਉਂ ਫਿਰ ਸਾਰਾ ਕੁਝ ਇਹਨਾਂ ਨੂੰ ਲੱਗ ਰਿਹਾ ਵੀ ਥੋੜਾ ਤੁਰੇ ਜਾਂਦੇ ਆ? ਰਵੀ ਅੱਗੇ ਦੀ ਆ ਜਾਓ ਤੁਸੀਂ, ਕਿਉਂ ਤੁਹਾਨੂੰ ਲੱਗਦਾ ਕਿ ਜਦੋਂ ਗੱਲ ਰਾਈਟਸ ਦੀ ਹੋ ਰਹੀ ਹੈ ਇਹਨਾਂ ਨੂੰ ਅੱਤਵਾਦ ਨਜ਼ਰ ਆਉਂਦਾ ਹੈ, ਖਾਲਿਸਤਾਨ ਦਾ ਟੈਗ ਲਾਇਆ ਜਾ ਰਿਹਾ ਹੈ ਕਿਸਾਨ ਦੇ ਨਾਲ? ਤੁਸੀਂ ਦੇਖੋ, ਅਸੀਂ ਪਿਛਲੀ ਵਾਰ ਇੱਕ ਬਾਪ ਦਾ ਦਰਦ ਬਿਆਨ ਕੀਤਾ ਸੀ, 22 ਸਾਲ ਦਾ ਪੁੱਤ ਉਹਦਾ ਸਰਹੱਦ ਤੇ ਸ਼ਹੀਦ ਹੋ ਗਿਆ, ਤੇ ਉਹਨੂੰ ਕੀ ਆਖਿਆ ਜਾ ਰਿਹਾ ਕਿ ਇਹ ਖਾਲਿਸਤਾਨੀ ਹੈ। ਇਸ ਵਾਰ ਇੱਥੇ ਫੌਜੀ ਵੀਰ ਆਏ ਨੇ, ਆਪਣਾ ਐਕਸ ਸਰਵਿਸਮੈਨ ਨੇ, ਹੁਣ ਉਹ ਬਹੁਤ ਨੇ, ਤੇ ਉਹ ਕਹਿੰਦੇ ਜਦੋਂ ਬਾਰਡਰ ਤੇ ਖੜ ਕੇ ਸੇਵਾ ਕਰਦੇ ਸੀਗੇ ਤੇ ਉਦੋਂ ਅਸੀਂ ਦੇਸ਼ ਭਗਤ ਸੀਗੇ, ਜੇ ਅੱਜ ਆਪਦੇ ਬਾਪੂ ਦੇ ਲਈ ਇੱਥੇ ਆ ਕੇ ਖੜ ਗਏ ਆ। ਤੇ ਈਵਨ ਤੁਸੀਂ ਇਹਦੇ ਵਿੱਚ ਐਗਜ਼ਾਮਪਲ ਲੈ ਸਕਦੇ ਹੋ ਕਿ ਜਿਹੜਾ ਬਾਇਸਡ ਮੀਡੀਆ ਆ ਉਹਨਾਂ ਨੂੰ ਫੌਜੀ ਫਰਜੀ ਤੱਕ ਕਹਿ ਰਿਹਾ। ਟਰੈਕਟਰ ਟੈਰਰ, ਟਰੈਕਟਰ ਰੈਲੀ ਨਿਕਲਣੀ ਹੈ, ਕਿਸਾਨ ਪਰੇਡ ਜਿਹਨੂੰ ਕਿਹਾ ਜਾ ਰਿਹਾ, ਉਹ ਗੋਦੀ ਮੀਡੀਆ ਕਹਿ ਰਿਹਾ ਵੀ ਟਰੈਕਟਰ ਟੈਰਰ, ਹੁਣ ਅੱਤਵਾਦ ਟਰੈਕਟਰ ਤੇ ਸਵਾਰ ਹੋ ਕੇ ਦਿੱਲੀ ਨੂੰ ਆ ਰਿਹਾ। ਤੁਸੀਂ ਦੇਖੋ ਕਿੱਡੀ ਸ਼ਰਮਨਾਕ ਸੋਚ ਦੀ ਗੱਲ ਹੈ ਵੀ ਉਹ ਬੰਦੇ ਝਾਕੀਆਂ ਕੱਢ ਰਹੇ ਨੇ, ਉਹ ਬੰਦੇ ਅਲੱਗ-ਅਲੱਗ ਕਲਚਰ ਦਿਖਾਉਣਾ ਚਾਹੁੰਦੇ, ਉਹ ਦੱਸਣਾ ਚਾਹੁੰਦੇ ਆ ਕਿਸਾਨ ਹਰ ਕਿਤੇ ਵਸਦੇ ਨੇ। ਦੇਖੋ ਲਾਲ ਬਹਾਦਰ ਸ਼ਾਸਤਰੀ ਜੀ ਸਾਡੇ ਪੁਰਾਣੇ PM ਸੀ, ਬੜੇ ਖੂਬਸੂਰਤ ਇਨਸਾਨ ਸੀ, ਉਹਨਾਂ ਨੇ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ, ਤੇ ਇਹ ਹੁੰਦੀ ਹੈ ਇੱਕ ਡੈਮੋਕ੍ਰੇਸੀ। ਤੇ ਅੱਜ ਕੀ ਬਣਾ ਕੇ ਰੱਖ ਦਿੱਤਾ ਇਹਨਾਂ ਨੇ, ਕਿਸਾਨ ਦੇ ਅਗੇਂਸਟ ਜਵਾਨ ਖੜੇ ਕਰਤੇ।
ਹੁਣ ਤੁਸੀਂ ਦੇਖੋ ਕਿ ਜਿਹੜੇ ਕਾਰਪੋਰੇਟ ਵਰਲਡ ਨੂੰ ਹੈੱਡ ਕਰ ਰਹੇ ਨੇ ਬੰਦੇ, ਉਹਨਾਂ ਦੇ ਬੱਚੇ ਨੇ ਫੌਜ 'ਚ, ਕਿ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਕਿਸਾਨ, ਉਹਨਾਂ ਦੇ ਪੁੱਤ ਫੌਜ 'ਚ ਨੇ। ਫੌਜ 'ਚ ਕੌਣ ਜਾਂਦਾ ਸਾਨੂੰ ਪਤਾ ਨਾ। ਹਰਿਆਣਾ ਪੰਜਾਬ ਦੀ ਜਿਹੜੀ ਮੇਜਰ ਪਾਪੂਲੇਸ਼ਨ ਚੰਕ 'ਚੋਂ ਬੰਦੇ ਨੇ, ਜਿਹੜੇ ਯੂਪੀ 'ਚੋਂ ਵੀ ਨੇ, ਜਿਹੜੇ ਬਿਹਾਰ 'ਚੋਂ ਵੀ ਨੇ, ਸਾਰੇ ਉਹਨਾਂ ਦੀ ਜਿਹੜੀ ਬੇਸਿਕ ਬੈਕਬੋਨ ਆ ਉਹ ਤਾਂ ਐਗਰੇਰੀਅਨ ਇਕਨੋਮੀ ਹੋਈ ਹੈ ਨਾ, ਖੇਤੀਬਾੜੀ ਹੈ ਨਾ। ਉਹ ਜਾਂਦੇ ਨੇ ਕਿ ਕਾਰਪੋਰੇਟ ਦੇ ਬੰਦੇ ਫੌਜ 'ਚ ਜਾਂਦੇ ਨੇ। ਕਿਉਂ ਨਹੀਂ ਮੌਤਾਂ ਕਿਉਂ ਨਹੀਂ ਨਜ਼ਰ ਆ ਰਹੀਆਂ? ਸੁਪਰੀਮ ਕੋਰਟ ਤੱਕ ਤੁਸੀਂ ਦੱਸਤਾ ਕਿ ਇੱਥੇ ਇੰਨੇ ਕਿਸਾਨ ਸ਼ਹੀਦ ਹੋ ਗਏ। ਸਰਕਾਰ ਸੁੱਤੀ ਹੋਈ, ਸਰਕਾਰ ਤਾਂ ਕਿਤੇ ਹੋਰ ਹੀ ਸ਼ਰਧਾਂਜਲੀ ਦੇਈ ਜਾ ਰਹੀ ਹੈ, ਸਰਕਾਰ ਤਾਂ ਕਿਤੇ ਹੋਰ ਹੀ ਪਹੁੰਚੀ ਹੋਈ। ਦੇਖੋ ਅਸੀਂ ਤਾਂ ਜੀ ਸਿੱਧਾ ਕਹਿ ਦਿੱਤਾ ਕਿ ਸਾਡੇ ਘਰ ਦੇ, ਸਾਡੇ ਰਿਸ਼ਤੇਦਾਰ, ਸਾਡੇ ਪ੍ਰੋਫੈਸਰ ਸਾਡੀ ਜਾਨ ਮਾਨ ਤੇ ਤਕਦੀਰ ਨੂੰ ਲੈ ਕੇ ਵੀ ਕੋਈ ਬਹੁਤਾ ਸੇਫ ਨਹੀਂ ਹੈਗੇ, ਕਿਉਂਕਿ ਅਸੀਂ ਸੱਚ ਜਾਣਦੇ ਹਾਂ ਤੇ ਸੱਚ ਜਾਣਨ ਦੀ ਅੱਜ ਦੀ ਰੇਟ ਦੇ ਵਿੱਚ ਇਸ ਦੇਸ਼ ਦੇ ਵਿੱਚ ਇੱਕ ਕੀਮਤ ਆ। ਉਹ ਕੀਮਤ ਸ਼ਾਇਦ ਸਾਨੂੰ ਵੀ ਤੈਅ ਕਰਨੀ ਪਵੇ, ਪਰ ਅਸੀਂ ਇਹ ਵੀ ਕਿਹਾ ਕਿ ਅਸੀਂ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਅੱਗੇ ਆਪਦੀ ਜਾਨ ਦੀ ਵੀ ਪਰਵਾਹ ਨਹੀਂ ਕਰਾਂਗੇ। ਬਟ ਜਿਹੜੀਆਂ ਇੰਸਟੀਟਿਊਸ਼ਨਸ ਤੇ ਲੋਕ ਬੈਠੇ ਨੇ ਇਸ ਵੇਲੇ, ਜਿਹੜੇ ਡੈਮੋਕ੍ਰੇਸੀ ਨੂੰ ਤਾਰ-ਤਾਰ ਕਰ ਰਹੇ ਆ, ਜਿਹੜਾ ਆਪਸੀ ਪ੍ਰੇਮ ਪਿਆਰਾ ਸੀਗਾ, ਭਾਈਚਾਰਕ ਸਾਂਝ ਸੀ, ਜਿਹੜੀ ਇੰਡੀਆ ਦੀ ਡਾਈਵਰਸਿਟੀ ਸੀ, ਜਿਹੜੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ, ਤੁਹਾਨੂੰ ਸਾਰੇ ਭਾਈਚਾਰੇ ਮਿਲਣਗੇ, ਤੇ ਇਹ ਸਾਰੀਆਂ ਚੀਜ਼ਾਂ ਨੂੰ ਇਹ ਲੋਕ ਤਾਰ-ਤਾਰ ਕਰ ਰਹੇ ਨੇ। ਜਿਹੜਾ ਵਸੂਦੇਵ ਕੁਟੁੰਬਕਮ ਦਾ ਆਈਡੀਆ ਸੀਗਾ ਇੰਡੀਆ ਦਾ, ਕਿ ਆਲ ਵਰਲਡ ਇਜ਼ ਅ ਗਲੋਬਲ ਵਿਲੇਜ, ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ। ਬਟ ਸਮਝ ਨਹੀਂ ਆ ਰਹੀ ਕਿ ਜਿਹੜੇ ਇੱਥੇ ਲੋਕ ਮਰ ਰਹੇ ਨੇ, ਅਸੀਂ ਇਹੀ ਪੁੱਛਿਆ ਆ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ, ਕਿਉਂਕਿ ਵੀ ਅਸੀਂ ਐਂਡ ਦੇ ਵਿੱਚ ਸਵਾਲ ਕੀਤਾ, ਕਿਉਂਕਿ ਕਿਰਦਾਰ ਉਹਨਾਂ ਦਾ ਆ ਤੇ ਇੱਕ ਕਿਰਦਾਰ ਸਾਡਾ ਆ। ਉਹਨਾਂ ਦਾ ਕਿਰਦਾਰ ਨਿਆਂ ਸੁਣਾਉਣ ਦਾ ਆ, ਸਾਡਾ ਕਿਰਦਾਰ ਇੱਥੇ ਨਿਆਂ ਮੰਗਣ ਦਾ ਆ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਇਹ ਵੀ ਤਾਂ ਲਿਖਦੇ ਨੇ ਸਾਡੇ ਸ਼ਾਇਦ। ਹਾਂਜੀ ਬਿਲਕੁਲ, ਜਸਟਿਸ ਅਸੀਂ ਵੀ ਲਿਖਿਆ ਕਿ ਜਸਟਿਸ ਇਫ ਨੋਟ ਡਿਨਾਈਡ ਬਟ ਡਿਲੇਡ। ਐਡਾ ਡਿਲੇ ਜਿਹੜਾ ਹੁੰਦਾ ਜਸਟਿਸ, ਉਹ ਫਿਰ ਇੱਕ ਹੋਰ ਕੋਰਟ ਵੀ ਆ, ਸੀ ਇਸ ਵਾਰ ਨਹੀਂ ਲਿਖਿਆ। ਅਸੀਂ ਉਮੀਦ ਕਰਕੇ, ਕਿਉਂਕਿ ਸੁਪਰੀਮ ਕੋਰਟ ਹੈ ਜਿਹੜਾ, ਉਹ ਗਾਰਡੀਅਨ ਵੀ ਹੈ, ਕੰਜ਼ਰਵਰ ਵੀ ਹੈ, ਪ੍ਰੋਟੈਕਟਰ ਵੀ ਹੈ, ਪ੍ਰੀਜ਼ਰਵਰ ਵੀ ਹੈ ਕਨਸਟੀਟਿਊਸ਼ਨ ਦਾ, ਜਿਹੜਾ ਦੇਸ਼ ਦਾ ਸੁਪਰੀਮ ਡਾਕੂਮੈਂਟ ਹੈ। ਇੰਡੀਆ ਇਜ਼ ਅ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ। ਤੇ ਸਾਰੇ ਦੀਆਂ ਸਾਰੀਆਂ ਟਰਮੀਨੋਲੋਜੀਜ਼ ਜਿਹੜੀਆਂ ਪ੍ਰੀਐਂਬਲ ਦੇ ਵਿੱਚ ਨੇ, ਜਾਂ ਜਿਹੜੀਆਂ ਕਨਸਟੀਟਿਊਸ਼ਨ ਨੂੰ ਐਸਟੈਬਲਿਸ਼ ਕਰਦੀਆਂ ਨੇ, ਇਹ ਸਾਰੀ ਵੋਕੈਬਲਰੀ ਹੀ ਚੈਲੰਜ ਦੇ ਵਿੱਚ ਲਿਆ ਦਿੱਤੀ ਹੈ ਨਾ ਬੰਦਿਆਂ ਨੇ। ਤੁਹਾਡੀ ਵੋਕੈਬਲਰੀ ਨੂੰ ਸ਼ਾਇਦ ਇਹ ਵੀ ਕਹਿਤਾ ਜਾਵੇ ਵੀ ਕਿਸਾਨ ਨਹੀਂ, ਕਿਉਂਕਿ ਉਹ ਤਾਂ ਇੱਕ ਵੱਖਰੀ ਬਹਿਸ ਛੇੜ ਕੇ ਬੈਠੇ ਵੀ ਕਿਸਾਨ ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ। ਤੁਸੀਂ ਚੀਜ਼ਾਂ ਸਾਰੀਆਂ ਪੜ੍ਹੀਆਂ ਨੇ, ਮਨ 'ਚ ਦਰਦ ਤਾਂ ਵੱਧਦਾ ਹੋਊਗਾ ਚੀਜ਼ਾਂ ਦੇਖ ਕੇ। ਹਾਂਜੀ ਬਿਲਕੁਲ ਵੱਧਦਾ। ਤੁਸੀਂ ਦੇਖੋ, ਨੈਚੁਰਲ ਜਸਟਿਸ ਦਾ ਪ੍ਰਿੰਸੀਪਲ ਹੈ ਤੇ ਇਕੁਇਟੀ ਦਾ ਪ੍ਰਿੰਸੀਪਲ ਹੈ, ਜਿਹਦੇ 'ਚ ਹੈਗਾ ਸਾਰਾ ਕੁਝ ਬਰਾਬਰ ਹੋਣਾ ਚਾਹੀਦਾ ਹੈ। ਅਸੀਂ ਆਕਸਫੈਮ ਦਾ 2018 ਦਾ ਡੇਟਾ ਕੋਟ ਕੀਤਾ ਆ, ਜਿਹਦੇ ਵਿੱਚ ਅਸੀਂ ਦੱਸਿਆ ਕਿ 80% ਵੀਮੈਨ ਜਿਹੜੀਆਂ ਨੇ ਡਾਇਰੈਕਟਲੀ ਐਗਰੀਕਲਚਰ ਦੇ ਨਾਲ ਲਿੰਕ ਕਰਦੀਆਂ। ਬਾਕੀ ਵੀ ਡੇਟਾ ਹੈ ਮੇਰੇ ਕੋਲ। 33% ਜਿਹੜੀ ਲੇਬਰ ਫੋਰਸ ਹੈ ਉਹ ਹੈ, ਜਿਹੜੀ 48% ਨੇ ਉਹ ਇੰਪਲੋਏ ਕਰ ਰਹੀਆਂ ਨੇ ਇੱਧਰੋਂ ਥਰੂ ਸੈਲਫ ਇੰਪਲੋਇਮੈਂਟ। ਤੇ ਇਹ ਜਿਹੜਾ ਮੁੱਦਾ ਹੈ ਇਸ ਵੇਲੇ, ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਇਹ ਆਖਿਆ ਆ, ਕਿਉਂਕਿ ਅਸੀਂ ਆਪਦੀ ਸੋਚ ਉਹਨਾਂ ਨੂੰ ਦੱਸ ਸਕਦੇ ਹਾਂ, ਉਹਨਾਂ ਦੇ ਬੱਚੜੇ ਹੀ ਆ। ਤੇ ਲਾਅ ਕਾਨੂੰਨ, ਅਸੀਂ ਜੂਰਿਸਪ੍ਰੂਡੈਂਸ ਤੋਂ ਹੀ ਜਸਟਿਸ ਆਇਆ, ਜਸਟਿਸ ਤੋਂ ਹੀ ਅੱਗੇ ਜਸਟਿਸ ਡਿਲੀਵਰ ਕਰਨ ਵਾਲੀਆਂ ਆਰਗੇਨਾਈਜੇਸ਼ਨਸ ਆਈਆਂ। ਤੇ ਅਸੀਂ ਤਾਂ ਇਹ ਪੜ੍ਹਿਆ ਸੀਗਾ ਕਿ ਇਕੁਇਟੀ ਹੁੰਦੀ ਹੈ। ਇੰਡੀਆ ਦੇ ਵਿੱਚ ਇੱਕ ਹੰਸਾ ਮਹਿਤਾ ਸੀ, ਪਹਿਲਾਂ ਕਹਿੰਦੇ ਹੁੰਦੇ ਸੀਗੇ UDHR ਦੀ ਡੈਕਲੇਰੇਸ਼ਨ 'ਚ ਕਿ ਆਲ ਮੈਨ ਆਰ ਬੋਰਨ ਇਕੁਅਲ। ਉਹਨਾਂ ਨੇ ਕਿਹਾ ਸੀ ਆਲ ਹਿਊਮਨਸ ਆਰ ਬੋਰਨ ਇਕੁਅਲ, ਤੇ ਉਹ ਇੱਕ ਔਰਤ ਸੀ। ਤੇ ਇੰਡੀਆ ਦੇ ਵਿੱਚ ਤਾਂ ਪੈਤਰੀ ਸੱਤਾ ਵੈਸੇ ਹੀ ਬਹੁਤ ਹਾਵੀ ਹੈ, ਡਿਸਕ੍ਰਿਮੀਨੇਸ਼ਨ ਵੈਸੇ ਹੀ ਬਹੁਤ ਜ਼ਿਆਦਾ ਆ। ਤੇ ਅਸੀਂ ਆਖਿਆ ਸੀ ਕਿ ਕਿਰਸਾਨੀ ਦਾ ਉਮਰ ਦੇ ਨਾਲ ਜਾਂ ਜੈਂਡਰ ਦੇ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ, ਬਟ ਆਈਡੈਂਟੀਟੀ ਦੇ ਨਾਲ ਲੈਣਾ ਦੇਣਾ ਹੈ। ਉਸੇ ਆਈਡੈਂਟੀਟੀ ਦੇ ਨਾਲ ਲੈਣਾ ਦੇਣਾ ਹੈ ਜਿਹੜੀ ਉਸ ਵੇਲੇ ਬਜ਼ੁਰਗ ਮਹਾਤਮਾ ਗਾਂਧੀ ਦੀ ਖਤਰੇ ਦੇ ਵਿੱਚ ਸੀਗੀ। ਉਹ ਸੱਤਿਆਗ੍ਰਹਿ ਤੇ ਆ ਗਏ, ਤੇ ਮਾਣਯੋਗ ਕੋਰਟ ਨੇ ਇਹਨੂੰ ਵੀ ਇੱਕ ਸੱਤਿਆਗ੍ਰਹਿ ਦੇ ਨਾਲ ਕੰਪੇਅਰ ਕੀਤਾ। ਤੇ ਉਸੇ ਤਰੀਕੇ ਦਾ ਖਤਰਾ ਹੈ ਜਿਵੇਂ ਝਾਂਸੀ ਦੀ ਰਾਣੀ ਆਪਦੇ ਛੋਟੇ ਜਿਹੇ ਜਵਾਕ ਨੂੰ ਲੱਕ ਨਾਲ ਬੰਨ੍ਹ ਕੇ ਤੇ ਜੰਗ 'ਚ ਕੁੱਦ ਪਈ। ਹਾਲਾਂਕਿ ਅਸੀਂ ਉਸ ਤਰੀਕੇ ਦੀ ਜੰਗ ਨਹੀਂ ਲੜ ਰਹੇ, ਅਸੀਂ ਤਾਂ ਇਸ ਤਰੀਕੇ ਦੀ ਜੰਗ ਲੜ ਰਹੇ ਹਾਂ ਜਿਹਦੇ ਵਿੱਚ ਹਰ ਪਾਸਿਓਂ ਹਾਰ ਸਾਡੀ ਹੋ ਰਹੀ ਹੈ। ਸਾਡੇ ਬੰਦੇ ਮਰ ਰਹੇ ਆ, ਡਾਂਗਾਂ ਖਾ ਰਹੇ ਆ, ਕਈ ਭੁੱਖ ਮਰਨ ਵਰਤ ਤੇ ਬੈਠੇ ਨੇ। ਮਤਲਬ ਅਸੀਂ ਐਤਕੀ ਫੋਟੋਆਂ ਅਟੈਚ ਕੀਤੀਆਂ ਨੇ, ਇੱਕ ਐਂਡ ਦੇ ਵਿੱਚ ਫੋਟੋ ਹੈ, ਉਹ ਬਜ਼ੁਰਗ ਨੇ ਮੂੰਹ ਤੇ ਮਾਸਕ ਲਾਇਆ ਹੋਇਆ ਤੇ ਉੱਥੇ ਲਿਖਿਆ ਹੋਇਆ ਬਾਪੂ ਗਾਂਧੀ ਕੇ ਪਦ ਚਿੰਨ੍ਹ ਪਰ। ਤੇ ਇੱਕ ਕਿਸਮ ਦਾ ਨਵੇਕਲਾ ਕਿਸਮ ਦਾ ਸੱਤਿਆਗ੍ਰਹਿ ਆ। ਤੇ ਮੈਂ ਤਾਂ ਇਹ ਸੋਚਦਾ ਜੁਡੀਸ਼ਰੀ ਨੂੰ ਆਪਦੀਆਂ ਡੈਫੀਨੇਸ਼ਨਸ ਬਦਲ ਕੇ, ਇੰਡੀਅਨ ਜੁਡੀਸ਼ਰੀ ਬੜੀ ਸੁਪਰ ਜੁਡੀਸ਼ਰੀ ਆ। ਤੁਸੀਂ ਦੇਖੋ, ਅਮਰੀਕਨ ਜੁਡੀਸ਼ਰੀ ਤੋਂ ਵੀ ਇੰਡੀਅਨ ਜੁਡੀਸ਼ਰੀ ਨੂੰ ਉੱਪਰ ਕਿਹਾ ਗਿਆ। ਤੁਸੀਂ ਕਿਹਾ ਕਿ ਹਰ ਪਾਸਿਓਂ ਕਿਸਾਨ ਮਰ ਰਿਹਾ ਹੈ, ਕੀ ਲੱਗਦਾ ਐਂ ਹੀ ਮਰਦੇ ਰਹਾਂਗੇ? ਦੇਖੋ, ਜੇ ਐਟ ਪ੍ਰੈਜ਼ੈਂਟ ਦੇਖੀਏ, ਪਿਛਲੀ ਵਾਰ ਡਬਲ ਡਿਜਿਟ ਸੀ, ਐਤਕੀ ਲੈਟਰ ਲਿਖਿਆ ਟ੍ਰਿਪਲ ਡਿਜਿਟ ਡੈਥਸ ਹੋ ਚੁੱਕੀਆਂ ਨੇ। 137 ਸੀਗੀਆਂ 17 ਜਨਵਰੀ ਤੱਕ, 150 ਕ੍ਰੋਸ ਕਰ ਗਈਆਂ ਨੇ। ਮਰਦੇ ਤਾਂ ਜਾ ਰਹੇ ਆ, ਮੁੱਕਦੇ ਜਾ ਰਹੇ ਆ। ਹਾਂ, ਇਹ ਅਲੱਗ ਗੱਲ ਹੈ ਕਿ
ਸਿਦਕ ਸਾਨੂੰ ਬਖਸ਼ਿਆ ਆ। ਅਸੀਂ ਹੈ ਹੀ ਇੱਕ ਸਰਹੱਦੀ ਸੂਬਾ ਆ ਇੱਥੇ ਪੰਜਾਬ ਦੇ ਲੋਕ। ਉੱਤੋਂ ਹਰਿਆਣਾ ਸਾਡਾ ਭਰਾ ਛੋਟਾ ਨਾਲ ਜੁੜ ਗਿਆ, ਬਾਕੀ ਮੱਧ ਪ੍ਰਦੇਸ਼ ਦੀ ਐਜੀਟੇਸ਼ਨ ਜੁੜ ਗਈ ਆ ਨਾਲ। ਮੱਧ ਪ੍ਰਦੇਸ਼ ਦੇ ਜਿਹੜੇ ਕਿਸਾਨ ਨੇ, ਤੁਸੀਂ ਉਹਨਾਂ ਨਾਲ ਇੰਟਰੈਕਟ ਕਰਕੇ ਦੇਖੋ, ਉਹ ਹੋਰ ਜ਼ਿਆਦਾ ਠੱਗਿਆ ਹੋਇਆ ਮਹਿਸੂਸ ਕਰਦੇ ਨੇ, ਕਿਉਂਕਿ ਉੱਥੇ ਕਿਤੇ ਨਾ ਕਿਤੇ ਕੰਟਰੈਕਟ ਫਾਰਮਿੰਗ ਹੈ ਜਿਹੜੀ ਲਾਗੂ ਹੋ ਚੁੱਕੀ ਹੈ। ਤੇ ਉਹ ਤਾਂ ਸੋਚਦੇ ਨੇ ਕਿ ਕਿੰਨਾ ਹੋਰ ਬਰਬਾਦ ਹੋਵਾਂਗੇ। ਹੌਲੀ ਹੌਲੀ ਕੀ ਹੁੰਦਾ ਆ ਕਿ ਮਾਨਸਿਕ ਬਿਮਾਰੀਆਂ ਵੀ ਆਉਣ ਲੱਗ ਜਾਂਦੀਆਂ। ਮਾਨਸਿਕ ਬਿਮਾਰੀਆਂ ਨਾਲ ਵੀ ਗ੍ਰਸਤ ਹੋ ਰਹੇ ਆ ਲੋਕ ਇੱਥੇ। ਲੋਕ ਹੋ ਰਹੇ ਨੇ ਗ੍ਰਸਤ, ਤੁਹਾਡੀ ਗੱਲ ਠੀਕ ਹੈ। ਹਨੇਰਾ ਵੱਧਦਾ ਰਹੇਗਾ ਜਾਂ ਕਿਤੇ ਤੁਹਾਨੂੰ ਲੱਗ ਰਿਹਾ ਚਾਨਣ ਦੀ ਉਮੀਦ? ਤੁਸੀਂ ਲਿਖਦੇ ਵੀ ਬਹੁਤ ਅੱਛਾ ਹੋ। ਹਨੇਰੇ ਤੇ ਹੀ ਗੱਲ ਕਰਦੇ ਹਾਂ ਜੀ। ਹਨੇਰਿਆਂ ਦੇ ਵਿੱਚੋਂ ਇੱਕ ਰਾਹ ਕੱਢ ਰਹੇ ਆ, ਜੀਂਦੇ ਆ, ਜ਼ਿੰਦਾ ਆ, ਸਬੂਤ ਹਰ ਸਾਹ ਕੱਢ ਰਹੇ ਆ। ਜੁਗਨੂਆਂ ਦੇ ਵਾਂਗ ਡਗਮਗਾਉਂਦੇ ਜਾ ਰਹੇ ਆ, ਨਿਰੀਆਂ ਕੁਰੀਆਂ ਰਾਤਾਂ ਨੂੰ ਰੁਸ਼ਨਾਉਂਦੇ ਜਾ ਰਹੇ ਆ, ਹਨੇਰਿਆਂ ਦੇ ਵਿੱਚੋਂ ਇੱਕ ਰਾਹ ਕੱਢ ਰਹੇ ਆ। ਤੁਹਾਡੀਆਂ ਅੱਖਾਂ ਦੇ ਵਿੱਚ ਮੈਂ ਉਹ ਭਾਵੁਕਤਾ ਦੇਖ ਰਿਹਾ ਜੀ। ਇੱਥੇ ਅਕਸਰ ਕਈ ਵਾਰ ਮੈਨੂੰ ਲੋਕ ਕਹਿੰਦੇ ਨੇ ਤੂੰ ਭਾਵੁਕ ਕਿਉਂ ਹੈ। ਮੈਂ ਦੱਸ ਦੇਣਾ ਚਾਹਾਂ ਕਿ ਜ਼ਿੰਮੇਵਾਰੀ ਬਹੁਤ ਵੱਧ ਗਈ ਆ ਅਤੇ ਸਾਰਾ ਕੁਝ ਭਾਵੁਕਤਾ ਨਾਲ ਜੁੜਿਆ ਹੋਇਆ। ਮੈਂ ਸੜਕ 'ਤੇ ਜਾਉਂਦਾ, ਮਤਲਬ ਕੰਮ ਹੈ ਕੋਈ ਇੱਦਾਂ ਹੀ, ਕਿਤੇ ਇੰਟਰੈਕਟ ਕਰਨ ਜਾ ਰਿਹਾ ਮੈਂ, ਅਤੇ ਇੱਕੋ ਦਮ ਮੈਨੂੰ 5-6 ਫੋਨ ਆਉਂਦੇ ਆ ਅਤੇ ਮੈਂ ਰੋਕ ਲੈਣਾ ਮੋਟਰਸਾਈਕਲ ਆਪਦਾ। ਮੈਂ ਚੱਕਦਾ ਅਤੇ ਮੈਨੂੰ ਆਵਾਜ਼ ਆਉਂਦੀ ਆ, ਵੀਰੇ ਵੀਰੇ। ਮੈਂ ਕਹਿੰਦਾ ਹਾਂਜੀ ਬੋਲੋ ਭੈਣ, ਮੈਂ ਤੈਨੂੰ ਆਪਦਾ ਵੀਰਾ ਆਖ ਸਕਦੀ ਹਾਂ। ਮੈਂ ਆਖਦਾ ਹਾਂਜੀ ਭੈਣ ਆਖੋ। ਮੇਰਾ ਬਾਪੂ ਨਹੀਂ ਰਿਹਾ ਕਹਿੰਦੇ, ਉਹਨੂੰ ਇਨਸਾਫ ਦਿਵਾ ਦੇ। 2-3 ਮਿੰਟ ਤਾਂ ਮੈਨੂੰ ਸਮਝ ਨਹੀਂ ਆਉਂਦਾ ਵੀ ਮੈਂ ਕੀ ਜਵਾਬ ਦੇਵਾਂ, ਮੈਂ ਸੁੰਨ ਹੋ ਜਾਂਦਾ। ਅਤੇ ਉੱਥੇ ਅੱਖਾਂ 'ਚੋਂ ਬਦੋ-ਬਦੀ ਪਾਣੀ ਆਉਂਦਾ, ਉੱਥੇ ਅੱਖਾਂ 'ਚੋਂ ਪਾਣੀ ਆਉਂਦਾ ਆ। ਅਸੀਂ ਕੰਟਰੋਲ ਕਰਦੇ ਹਾਂ ਇਮੋਸ਼ਨਸ ਨੂੰ, ਬਟ ਇੱਥੇ ਲੋਕਾਂ ਦਾ ਕਾਮਨ ਸੈਂਟੀਮੈਂਟ ਹੈ, ਅਸੀਂ ਇਨਸਾਨ ਆ, ਅਸੀਂ ਕੋਈ ਮਸ਼ੀਨਾਂ ਨਹੀਂ ਹੈਗੇ, ਅਸੀਂ ਕੋਈ ਰੋਬਟ ਨਹੀਂ ਆ। ਅਤੇ ਮੈਂ ਲਿਖਦਾ ਆ, ਸੰਵੇਦਨਾ ਆ ਮੇਰੇ ਅੰਦਰ। ਇੱਥੇ ਪਹਿਲੀ ਵਾਰ ਆ ਕਿ ਸੰਵੇਦਨਾ ਜਿਹੜੀ ਆ ਉਹ ਕਾਨੂੰਨ ਦੇ ਨਾਲ ਜੁੜ ਗਈ ਆ, ਕਿਉਂਕਿ ਪੀਪਲਸ ਵਿਲ, ਪੀਪਲ ਕਾਮਨ ਸੈਂਟੀਮੈਂਟ, ਜਿੱਥੋਂ ਡੈਮੋਕ੍ਰੇਸੀ ਬਣੀ ਸੀ, ਬਾਏ ਦਾ ਪੀਪਲ, ਫੋਰ ਦਾ ਪੀਪਲ, ਆਫ ਦਾ ਪੀਪਲ, ਸਭ ਕੁਛ ਤਾਰ-ਤਾਰ ਹੈ। ਅਤੇ ਵਿਸ਼ਵਾਸ ਦੀ ਜਿਹੜੀ ਇਸ ਤਰੀਕੇ ਦੀ ਧੱਜੀ ਉੱਡ ਰਹੀ ਆ, ਧੱਜੀਆਂ ਉੱਡ ਰਹੀਆਂ ਨੇ, ਅਤੇ ਹੈਰਾਨ ਵੀ ਕਰਦੀਆਂ, ਦੁਖੀ ਵੀ ਕਰਦੀਆਂ। ਅਤੇ ਲੋਕ ਇੱਥੇ ਤੁਸੀਂ ਦੇਖੋ ਕਿ ਫਰਸਟ੍ਰੇਟਡ ਨੇ ਬਹੁਤ ਜ਼ਿਆਦਾ। ਉਹਨਾਂ ਕੋਲ ਆਪਦੀ ਹੁਣ ਇੰਟਲੈਕਚੁਅਲ ਲੈਵਲ ਹੈ ਜਿਹੜਾ ਉਹ ਮਿਸ ਹੁੰਦਾ ਜਾ ਰਿਹਾ ਆ। ਸਾਇੰਟੀਫਿਕ ਟੈਂਪਰ ਇੰਡੀਆ 'ਚ ਮਿਸ ਹੁੰਦਾ ਜਾ ਰਿਹਾ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਐਜੂਕੇਸ਼ਨ ਪ੍ਰਣਾਲੀ ਹੈ ਜਿਹੜੀ, ਉਹਦਾ ਬਹੁਤ ਵੱਡਾ ਰੋਲ ਹੋ ਚੁੱਕਿਆ। ਵੱਡਾ ਰੋਲ ਹੋ ਚੁੱਕਾ। ਤੁਹਾਨੂੰ ਆਖਰੀ ਸਵਾਲ ਹੈਗਾ, ਜਿਵੇਂ ਤੁਸੀਂ ਕਿਹਾ ਕਿ ਵਿਸ਼ਵਾਸ ਦੀਆਂ ਧੱਜੀਆਂ ਉੱਡ ਰਹੀਆਂ ਨੇ, ਜਿੱਤ ਹੋਊਗੀ ਵਿਸ਼ਵਾਸ ਦੀ, ਕਿਉਂਕਿ ਹਜੇ ਵੀ ਵਿਸ਼ਵਾਸ ਹੈ ਜਿਹੜਾ ਕਿਸਾਨਾਂ ਨੂੰ ਇੱਥੇ ਬਣ ਕੇ ਬੈਠਾ ਹੈ, ਉਸ ਵਿਸ਼ਵਾਸ ਦੀ ਜਿੱਤ ਨਜ਼ਰ ਆ ਰਹੀ। ਮੈਂ ਇਸੇ ਕਵਿਤਾ ਦੀਆਂ ਅਗਲੀਆਂ ਲਾਈਨਾਂ ਕਰਦਾ ਥੋੜ੍ਹੀਆਂ। ਹਨੇਰਿਆਂ ਦੇ ਵਿੱਚ ਲੰਘਦੇ ਜਾ ਰਹੇ ਆ, ਪਰ ਜਿਹਦੀ ਉਂਗਲੀ ਫੜੀ ਆ ਉਹ ਤੋਂ ਉਮੀਦ ਬੜੀ ਆ। ਹੁਕਮ ਰਜ਼ਾਏ ਚੱਲਣਾ ਸਾਡੇ ਕੋਲ ਇੱਕੋ ਇੱਕ ਕੜੀ ਆ, ਸਾਡੇ ਕੋਲ ਇੱਕੋ ਇੱਕ ਕੜੀ ਆ। ਅਸੀਂ ਜਿਨ੍ਹਾਂ ਦੇ ਵਾਰਸ ਬੈਠੇ ਆ ਇੱਥੇ, ਆਹੀ ਦਿਨਾਂ ਦੇ ਵਿੱਚ ਉਹਨਾਂ ਨੇ ਤੀਰ ਦੇ ਨਾਲ ਇੱਕ ਜੜ ਪੱਟੀ ਸੀ ਅਤੇ ਆਖਿਆ ਸੀ ਹੁਣ ਜ਼ੁਲਮ ਦੀ ਜੜ ਪੱਟੀ ਗਈ। ਅਤੇ ਅਸੀਂ ਅੱਜ ਵੀ ਅਰਦਾਸ ਬੇਨਤੀ ਜੋਦੜੀ ਕਰਾਂਗੇ ਕਿ ਜ਼ੁਲਮ ਦੀ ਜੜ ਪੱਟੀ ਜਾਵੇ, ਹੋਰ ਕਤਲੇਆਮ ਨਾ ਹੋਣ। ਜਿਹੜੇ ਬੰਦੇ ਇੱਥੇ ਬੈਠੇ ਨੇ, ਕਰਾਰੇ ਨੇ ਕਤਲੇਆਮ, ਉਹਨਾਂ ਨੂੰ ਸਮੱਤ ਬਖਸ਼ੇ, ਕਿਉਂਕਿ ਇਸ ਤੋਂ ਇਲਾਵਾ ਵੀ ਹੋਰ ਇੱਥੇ ਬੰਦੇ ਫੜੇ ਗਏ ਨੇ ਜਿਹੜੇ ਪੈਨੀਟਰੇਟ ਕਰ ਰਹੇ ਨੇ ਮੂਵਮੈਂਟ ਨੂੰ, ਜਿਨ੍ਹਾਂ ਨੇ ਪ੍ਰੋਪਰ ਪਲਾਨ ਦੱਸਿਆ ਆ, ਅਸੈਸੀਨੇਟ ਕਰਨ ਆਏ ਸੀ ਲੀਡਰਸ ਨੂੰ। ਅਤੇ ਡਿਸਗਾਈਜ਼ਡ ਫੇਸਿਸ ਜਿਹੜੇ ਨੇ ਮੂਵਮੈਂਟ 'ਚ ਬਹੁਤ ਆ ਚੁੱਕੇ ਨੇ। ਇਹੋ ਜਿਹੀਆਂ ਸਾਜ਼ਿਸ਼ਾਂ ਆਪਦੇ ਲੋਕਾਂ ਦੇ ਨਾਲ ਹੀ ਕਰਨੀਆਂ ਕਿਤੇ ਵੀ ਸਾਨੂੰ ਗਵਾਰਾ ਨਹੀਂ ਹੈਗਾ। ਅਤੇ ਇਸੇ ਕਰਕੇ ਅਸੀਂ ਹਾਲੇ ਤੱਕ ਵੀ ਸਾਨੂੰ ਇਨਸਾਫ 'ਤੇ ਇੱਕ ਉਮੀਦ ਵੱਜੀ ਹੋਈ ਹੈ। ਅਤੇ ਕਹਿੰਦੇ ਆ ਨਾ, ਚੂਕਾ ਰਾਜ਼ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰ ਦਸਤ। ਅਤੇ ਜਿਹੜੇ ਹੀਲ ਤੇ ਨੇ ਨਾ ਪਹਿਲਾਂ ਵਾਲੇ, ਅਸੀਂ ਹਲੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਟ ਸਾਨੂੰ ਪੈਂਡਿੰਗ ਜਸਟਿਸ, ਪੈਂਡਿੰਗ ਜਸਟਿਸ, ਪੈਂਡਿੰਗ ਜਸਟਿਸ, ਇਹਦੀ ਇੱਕ ਧੁੰਦਲਾਹਟ ਤੋਂ ਇਲਾਵਾ ਥੋੜ੍ਹੀ ਜਿਹੀ ਉਮੀਦ ਤੋਂ ਬਿਨਾਂ ਅਸੀਂ ਇਸ ਗੱਲੋਂ ਖੁਸ਼ ਹਾਂ ਕਿ ਸੁਪਰੀਮ ਕੋਰਟ ਨੇ ਆਖਿਆ ਕਿ ਸਾਡੇ ਹੱਥਾਂ 'ਤੇ ਖੂਨ ਨਹੀਂ ਲੱਗਿਆ ਰਹਿਣਾ ਚਾਹੀਦਾ, ਸਾਡੇ ਹੱਥ ਸਾਫ਼ ਹੋਣੇ ਚਾਹੀਦੇ ਨੇ। ਅਸੀਂ ਇੱਥੇ ਆਰਟੀਕਲ 21 ਨੂੰ ਪ੍ਰੀਜ਼ਰਵ ਕਰਨ ਲਈ ਬੈਠੇ ਹਾਂ। ਬਟ ਉਸ ਆਰਟੀਕਲ 21 ਦਾ ਅਸੀਂ ਅਨੈਕਸਚਰ 1 ਦੇਤਾ ਹੈ, ਅਨੈਕਸਚਰ 2 ਦੇ ਵਿੱਚ ਫੋਟੋਆਂ ਦੇਤੀਆਂ, ਫਿਰ ਅਸੀਂ ਅਨੈਕਸਚਰ 3 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ 2016 ਦੇ ਜਿਹੜੇ ਪੀਸਫੁਲ ਅਸੈਂਬਲੀਜ਼ ਦੇ ਰੈਜ਼ੋਲੂਸ਼ਨ ਨੇ ਉਹ ਕੋਟ ਕੀਤੇ ਨੇ। ਫਿਰ ਉਸ ਤੋਂ ਇਲਾਵਾ ਅਸੀਂ 10 ਜਰਨਲ ਪ੍ਰਿੰਸੀਪਲਸ ਨੇ ਜਿਹੜੇ ਸਪੈਸ਼ਲ ਰੈਪੋਟੀਅਰ ਤੇ ਪੀਸਫੁਲ ਅਸੈਂਬਲੀਜ਼ ਦੇ ਹੁੰਦੇ ਆ, ਉਹ ਵੀ ਨਾਲ ਕੋਟ ਕੀਤੇ ਨੇ, ਕਿਉਂਕਿ ਇੰਟਰਨੈਸ਼ਨਲ ਇੰਸਟਰੂਮੈਂਟਸ ਦਾ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਇੱਕ ਵਾਰ ਦੁਬਾਰਾ ਬੈਕਡਰੋਪ ਦੇ ਵਿੱਚ ਜਾ ਕੇ ਦੇਖਿਆ ਜਾਵੇ ਇੰਡੀਆ ਕਿਹੜੀ ਇੰਸਟਰੂਮੈਂਟ ਦਾ ਸਿਗਨੇਟਰੀ ਹੈ ਤੇ ਇੰਡੀਆ ਕਿੱਥੇ ਵਾਇਲੇਸ਼ਨ ਕਰ ਰਿਹਾ। ਤੇ ਗਲੋਬਲ ਸ਼ੇਮ ਆ ਰਹੀ ਹੈ ਦੇਖੋ ਇਸ ਵੇਲੇ।
ਮਤਲਬ ਜਿਹੜੀਆਂ ਕਲਚਰਲ ਵੈਲਿਊ ਸੀਗੀਆਂ ਸਾਡੇ ਵੇਦ ਪੁਰਾਣ ਕਹਿੰਦੇ ਆ ਨਾ, ਵੇਦ ਪੁਰਾਣ ਕਤੇਬ ਕੁਰਾਨ, ਉਹ ਤੋਂ ਬਾਅਦ ਗੁਰਬਾਣੀ, ਗੁਰੂਆਂ ਪੀਰਾਂ ਦਾ ਦੇਸ਼, ਤੇ ਉੱਥੇ ਆ ਕੁਝ ਹੁੰਦਾ ਹੋਵੇ, ਅਜਿਹੇ ਬੰਦੇ ਬਹਿ ਜਾਣ ਜਿਹੜੇ ਸਿਰਫ ਇੱਕ ਫਿਰਕਾ ਇੱਕ ਮਜ਼ਹਬ ਤੇ ਉਹਨਾਂ ਦੀ ਜਿਹੜੀ ਸਪੋਰਟ ਹੈ ਕੁਝ ਮੀਡੀਆ ਹਾਊਸਿਸ ਕਰਨ। ਜਿਵੇਂ ਟਰੈਕਟਰ ਟੈਰਰ ਤੁਸੀਂ ਕਹਿ ਰਹੇ ਹੋ, ਟਰੈਕਟਰ ਦਾ ਪੁੱਤ ਹੁੰਦਾ ਕਿਸਾਨ ਦਾ, ਪਹਿਲਾਂ ਬਲਦ ਹੁੰਦੇ ਸੀਗੇ। ਤੁਸੀਂ ਦੇਖੋ ਪੁਰਾਣਾ ਪੰਜਾਬ ਦਾ ਇਤਿਹਾਸ ਪੜ੍ਹ ਕੇ ਦੇਖੋ, ਜਦੋਂ ਆਪ ਪ੍ਰਸ਼ਾਦਾ ਛਕਦੇ ਸੀ ਬਲਦਾਂ ਨੂੰ ਪੇੜੇ ਪਾ ਕੇ ਦਿੰਦੇ ਹੁੰਦੇ ਸੀਗੇ, ਉਹ ਬਲਦਾਂ ਦੀ ਥਾਂ ਤੇ ਅੱਜ ਟਰੈਕਟਰ ਆ ਗਏ, ਉਹ ਤਾਂ ਪੁੱਤ ਨੇ ਕਿਸਾਨਾਂ ਦੇ। ਤੇ ਉਹ ਟੈਰਰ ਕਿੱਥੋਂ ਨੇ? ਕਦੇ ਕਿਸਾਨ ਅੱਤਵਾਦੀ, ਕਦੇ ਟਰੈਕਟਰ ਅੱਤਵਾਦੀ। ਸਭ ਤੋਂ ਅੱਤਵਾਦੀ ਵੱਡੇ ਤਾਂ ਇਹ ਬੰਦੇ ਨੇ ਜਿਹੜੇ ਪਰਸੀਕਿਊਟ ਕਰਕੇ ਇਹਨਾਂ ਬੰਦਿਆਂ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ। ਤੇ ਜਿਹੜੀਆਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਇਹਨਾਂ ਦਾ ਜਿਹੜਾ ਮੈਂਡੇਟ ਹੁੰਦਾ ਆ, ਇਹ ਸੋਵਰਨਿਟੀ ਐਂਡ ਇੰਟੀਗ੍ਰਿਟੀ ਲਈ ਹੁੰਦਾ ਹੈ ਕੰਟਰੀ ਦੇ। ਜੇ ਆਪਾਂ ਪੜ੍ਹੀਏ ਇਹਨਾਂ ਦਾ ਮੈਂਡੇਟ ਹੈ ਜਿਹੜਾ ਯੂਆਪਾ ਵਰਗੇ ਕਾਲੇ ਕਾਨੂੰਨ ਲਾ ਕੇ ਆਪਦੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਨਹੀਂ ਹੁੰਦਾ। ਹੁਣ ਯੂਆਪਾ ਇੰਨਾ ਡਰੈਕੋਨੀਅਨ ਲਾਅ ਆ, ਯੂਆਪਾ ਦੇ ਵਿੱਚ ਤੁਸੀਂ ਇੱਕ ਸਿੰਗਲ ਪਰਸਨ ਨੂੰ ਵੀ ਜਿਹੜਾ ਆ ਤੁਸੀਂ ਫਰੇਮ ਕਰ ਸਕਦੇ ਹੋ, ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਬਿਲਕੁਲ ਜ਼ਿੰਦਗੀ ਤਬਾਹ ਹੁੰਦੀ। ਬਹੁਤ ਕੁਝ ਦੇਖਿਆ ਹੈਗਾ ਗੁਰਮੋਹਨ, ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ। ਧੰਨਵਾਦ ਜੀ, ਧੰਨਵਾਦ। ਸੋ ਇਹ ਗੁਰਮੋਹਨ ਗੱਲਬਾਤ ਕਰ ਰਹੇ ਸੀਗੇ। ਇੱਕ ਵਾਰ ਫਿਰ ਇਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਕਿਸਾਨ ਪਰੇਡ ਤੋਂ ਪਹਿਲਾਂ ਜਿਸ ਤਰੀਕੇ ਦੇ ਖਤਰੇ ਨੇ ਉਹਦੇ ਬਾਰੇ ਵੀ ਇਹਨਾਂ ਨੇ ਗੱਲਬਾਤ ਕੀਤੀ ਤੇ ਵਿਸ਼ਵਾਸ ਇੱਕੋ ਹੀ ਲਈ ਬੈਠੇ ਨੇ ਮਨ ਦੇ ਵਿੱਚ ਕਿ ਜਿਹੜਾ ਸੰਘਰਸ਼ ਹੈ ਉਹ ਜਿੱਤ ਕੇ ਹੀ ਅਸੀਂ ਵਾਪਸ ਪੰਜਾਬ ਨੂੰ ਮੁੜਾਂਗੇ। ਆਪਣੇ ਸਹਿਯੋਗੀ ਨਵਰੀਤ ਸਿਵਿਆ ਤੇ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।